ਰਸਨਾ ਹਰ ਰਸ ਪੀਜੈ ਅੰਤਰ ਪੀਜੈ, ਸਾਚ ਸ਼ਬਦ ਵਿਚਾਰੀ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਐ ਪਨਿਹਾਰੀ। ਜਿਸ ਨਦਰ ਕਰੇ ਸੋਈ ਸਚ ਲਾਗੈ, ਰਸਨਾ ਰਾਮ ਰਵੀਜੈ। ਨਾਨਕ ਨਾਮ ਰਤੇ ਸੇ ਨਿਰਮਲ, ਹੋਰ ਹਉਮੈ ਮੈਲ ਭਰੀਜੈ। ਪੰਡਿਤ ਜੋਤ ਕੀ ਸਭ ਪੜ੍ਹ ਪੜ੍ਹ ਕੂਕਦੇ, ਕਿਸ ਪਹਿ ਕਰਹਿ ਪੁਕਾਰਾ ਰਾਮ। ਮਾਇਆ ਮੋਹ ਅੰਤਰ ਮਲ ਲਾਗੈ, ਮਾਇਆ ਕੇ ਵਾਪਾਰਾ ਰਾਮ। ਮਾਇਆ ਕੇ ਵਾਪਾਰਾ ਜਗਤ ਪਿਆਰਾ, ਆਵਣ ਜਾਣ ਦੁਖ ਪਾਈ। ਬਿਹਕਾ ਕੀੜਾ ਬਿਖ ਸਿਉ ਲਾਗਾ, ਬਿਸ਼ਟਾ ਮਾਹੇ ਸਮਾਈ। ਜੋ ਤੁਰ ਲਿਖਿਆ ਸੋਏ ਕਮਾਵੈ, ਕੋਇ ਨ ਮੇਟਣ ਹਾਰਾ। ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ, ਹੋਰ ਮੂਰਖ ਕੂਕ ਮੂਏ ਗਾਵਾਰਾ। ਮਾਇਆ ਮੋਹਿ ਮਨ ਰੰਗਿਆ, ਮੋਹਿ ਸੁਧ ਨ ਕਾਈ ਰਾਮ। ਗੁਰਮੁਖ ਇਹੋ ਮਨ ਰੰਗੀਐ, ਦੂਜਾ ਰੰਗ ਜਾਈ ਰਾਮ। ਦੂਜਾ ਰੰਗ ਜਾਈ ਸਾਚ ਸਮਾਈ, ਸਚ ਭਰੇ ਭੰਡਾਰਾ। ਗੁਰਮੁਖ ਹੋਵੈ ਸੋਈ ਬੂਝੈ, ਸਚ ਸਵਾਰਨ ਹਾਰਾ। ਆਪੇ ਮਿਲੈ ਸੋ ਹਰਿ ਮਿਲੈ, ਹੋਰ ਕਹਿਣਾ ਕਿਛੂ ਨ ਜਾਏ। ਨਾਨਕ ਬਿਨ ਨਾਮੈ ਭਰਮ ਭੁਲਾਇਆ, ਇਕ ਨਾਮ ਰਤੇ ਰੰਗ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸੁਭਾਏਮਾਨ ਹੋ ਕੇ ਗੁਰੂ ਕੀ ਪਵਿੱਤਰ ਗੁਰਬਾਣੀ ਦਾ ਨਿਤਨੇਮ ਔਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਦੇ ਚਰਨਾਂ ਨਾਲ ਆਪਣੀ ਸੁਰਤੀ ਜੋੜੀਏ। ਸਤਿਗੁਰੂ ਜੀ ਇਹਨਾਂ ਜੀਵਾਂ ਦੀ ਸੰਸਾਰ ਦੀ ਦਸ਼ਾ ਦੱਸ ਰਹੇ ਨੇ ਕਿ ਹਉਮੈ ਮਾਇਆ ਮੈਲ ਹੈ, ਮਾਇਆ ਮੈਲ ਭਰੀਜੈ ਰਾਮ। ਸਾਰੇ ਸੰਸਾਰ ਦੇ ਵਿੱਚ ਹਉਮੈ ਅਤੇ ਮਾਇਆ ਦੀ ਦਿੱਕਤ ਹੈ, ਸਮੱਸਿਆ ਹੈ ਜੀਵ ਵਾਸਤੇ। ਇਹਦੀ ਮੁਕਤੀ ਦੇ ਵਿੱਚ ਜੋ ਪ੍ਰਤੀਬੰਧ ਹੈ, ਜੋ ਰੁਕਾਵਟ ਹੈ, ਉਹ ਹੈ ਹਉਮੈ। ਹਉ ਹਉ ਭੀਤ ਭਇਓ ਹੈ ਬੀਚੋ, ਸੁਣਤ ਦੇਸ ਨਿਕਟਾਇਓ। ਏਡੀ ਤਗੜੀ ਗੰਢ ਵੱਜੀ ਹੋਈ ਹੈ ਕੁਛ ਵੀ ਨਹੀਂ। ਜਿਵੇਂ ਪਾਣੀ ਤੋਂ ਬਿਨਾਂ ਲਹਿਰ ਹੋ ਹੀ ਨਹੀਂ ਸਕਦੀ, ਇਸੇ ਤਰ੍ਹਾਂ ਪਰਮੇਸ਼ਰ ਤੋਂ ਬਿਨਾਂ ਇਹ ਜੀਵ ਰੂਪੀ ਲਹਿਰ ਹੋ ਹੀ ਨਹੀਂ ਸਕਦੀ। ਸੋਨੇ ਤੋਂ ਬਿਨਾਂ ਗਹਿਣਾ ਹੋ ਨਹੀਂ ਸਕਦਾ, ਮਿੱਟੀ ਤੋਂ ਬਿਨਾਂ ਘੜੇ ਦੀ ਰਚਨਾ ਨਹੀਂ ਹੋ ਸਕਦੀ। ਇਸੇ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਇਹ ਸਾਡੀ ਜਿਹੜੀ ਹੋਂਦ ਹੈ, ਜੋ ਸਾਡਾ ਅਸਤਿਤਵ ਹੈ, ਜੋ ਸਾਡੀ ਹਸਤੀ ਹੈ, ਵਿਅਕਤੀਤਵ ਹੈ, ਉਹਦੀ ਕੋਈ ਹੋਂਦ ਨਹੀਂ। ਪਰ ਲਹਿਰ ਨੇ ਆਪਣੇ ਆਪ ਨੂੰ ਸਮੁੰਦਰ ਤੋਂ ਵੱਖਰਾ ਮੰਨ ਲਿਆ ਹੈ। ਗਹਿਣਿਆਂ ਨੇ ਆਪਣੇ ਆਪ ਨੂੰ ਸੋਨੇ ਤੋਂ ਵੱਖਰਾ ਮੰਨ ਲਿਆ ਹੈ। ਮਿੱਟੀ ਨੂੰ ਅਤੇ ਘੜੇ ਨੂੰ ਇਹ ਭਰਮ ਪੈ ਗਿਆ ਕਿ ਮੈਂ ਮਿੱਟੀ ਤੋਂ ਵੱਖਰਾ ਹਾਂ, ਭਿੰਨ ਹਾਂ। ਜਦੋਂ ਸਤਿਗੁਰੂ ਮਿਲਦੇ ਹਨ, ਇਸ ਭਰਮ ਦੀ ਨਿਰਵਿਰਤੀ ਕਰਦੇ ਹਨ। ਅਲੰਕਾਰ ਮਿਲ ਥੈਲੀ ਹੋਈ ਹੈ, ਤਾਂ ਤੇ ਕਨਕ ਵਖਾਨੀ। ਜਦੋਂ ਸਾਰਾ ਸੋਨਾ ਇਕੱਠਾ ਕਰ ਦਈਏ, ਕੰਨਾਂ ਦੀਆਂ ਵਾਲੀਆਂ, ਹੱਥਾਂ ਦੇ ਗਜਰੇ, ਕੜੇ, ਚੈਨੀਆਂ, ਛਾਪਾਂ, ਮੁੰਦਰੀਆਂ, ਇੱਕ ਡਲੀ ਬਣ ਜਾਂਦੀ ਹੈ। ਹੁਣ ਉਸ ਨੂੰ ਕੀ ਕਹੋਗੇ? ਸੋਨਾ। ਜੇ ਉਹਦੇ ਗਹਿਣੇ ਬਣੇ ਹੋਣ ਤਾਂ ਕੀ ਕਹੋਗੇ? ਤਾਂ ਵੀ ਸੋਨਾ। ਪਰ ਗਹਿਣਿਆਂ ਦੇ ਹੁੰਦਿਆਂ ਇਹ ਭੁਲੇਖਾ ਪੈ ਸਕਦਾ ਹੈ ਕਿ ਇਹ ਗਹਿਣੇ ਹਨ, ਪਰ ਇਹ ਨਹੀਂ ਕਹਿ ਸਕਦੇ ਇਹ ਸੋਨਾ ਨਹੀਂ ਹੈ। ਸੋ ਇਸੇ ਤਰ੍ਹਾਂ
ਉਹ ਜਿਹੜਾ ਗਹਿਣਾ ਹੈ ਉਸ ਨੂੰ ਆਪਣੇ ਵੱਖਰੇ ਹੋਣ ਦਾ ਹੰਕਾਰ ਹੋ ਗਿਆ ਕਿ ਮੈਂ ਗਹਿਣਾ ਹਾਂ, ਮੈਂ ਮੁੰਦਰੀ ਹਾਂ, ਮੈਂ ਛਾਪ ਹਾਂ, ਮੈਂ ਗਲ ਦੀ ਚੈਨੀ ਹਾਂ, ਮੈਂ ਹੱਥ ਦਾ ਕੜਾ ਹਾਂ। ਇਸ ਭ੍ਰਾਂਤੀ ਕਰਕੇ ਉਹ ਆਪਣੇ ਆਪ ਨੂੰ ਸੋਨੇ ਤੋਂ ਭਿੰਨ ਸਮਝਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇਸ ਹਉਮੈ ਦੀ ਜਿਹੜੀ ਇਹ ਗੰਢ ਹੈ, ਇਸੇ ਨੂੰ ਖੋਲ੍ਹਣਾ ਹੀ ਬੜੀ ਵੱਡੀ ਸਮੱਸਿਆ ਹੈ। ਬਸ ਇਸ ਦੀ ਨਿਰਵਿਰਤੀ ਹੋ ਜਾਵੇ ਤਾਂ ਇਸ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ ਸੰਸਾਰ ਦੇ ਵਿੱਚ ਕੀ ਕੀ ਵਰਤਾਰਾ ਕਿੱਥੇ ਕਿੱਥੇ ਕਿਵੇਂ ਕਿਵੇਂ ਵਰਤ ਰਿਹਾ ਹੈ। ਪੰਡਤ ਜੋਤ ਕੀ ਸਭ ਪੜ੍ਹ ਪੜ੍ਹ ਕੂਕਦੇ, ਕਿਸ ਪੈ ਕਰਹਿ ਪੁਕਾਰਾ ਰਾਮ। ਪੜ੍ਹੇ ਲਿਖੇ ਵਿਦਵਾਨ ਜਿਨ੍ਹਾਂ ਦੀ ਪੰਡਾ ਤੀਖਣ ਹੁੰਦੀ ਹੈ ਉਹਨਾਂ ਨੂੰ ਪੰਡਤ ਕਹਿੰਦੇ ਹਨ। ਪੰਡਾ ਨਾਮ ਬੁੱਧੀ ਦਾ ਹੈ। ਤੀਖਣ ਯਾਨੀ ਬਹੁਤ ਤੇਜ਼ ਹੋਵੇ ਬੁੱਧੀ ਜਿਸ ਦੀ, ਵਿਦਵਾਨ ਗਿਆਨੀ ਚਤੁਰ, ਉਸ ਨੂੰ ਪੰਡਤ ਕਹਿੰਦੇ ਹਨ। ਔਰ ਜੋਤਸ਼ੀ ਜਿਹੜੇ ਫਿਊਚਰ ਬਾਰੇ ਭਵਿੱਖ ਬਾਰੇ ਜਾਣਦੇ ਜਾਂ ਜਾਣਕਾਰੀ ਦੇਣ ਦਾ ਦਾਅਵਾ ਕਰਦੇ ਹਨ। ਜੋਤਿਸ਼ ਵਿੱਦਿਆ ਵੀ ਦੋ ਪ੍ਰਕਾਰ ਦੀ ਹੈ, ਇੱਕ ਗਣਿਤ ਹੈ, ਇੱਕ ਫਲਿਤ ਹੈ। ਦੋਵੇਂ ਤਰ੍ਹਾਂ ਦੀ ਭਾਰਤ ਵਿੱਚ ਪ੍ਰਚਲਿਤ ਰਹੀ ਹੈ। ਕੁਝ ਲੋਕ ਜਿਹੜੇ ਹਨ ਉਹ ਗਣਿਤ ਨੂੰ ਤਾਂ ਮੰਨਦੇ ਹਨ, ਫਲਿਤ ਨੂੰ ਨਹੀਂ ਮੰਨਦੇ। ਕੁਝ ਫਲਿਤ ਨੂੰ ਵੀ ਮੰਨਦੇ ਹਨ। ਗਣਿਤ ਦੀ ਉਹ ਹੈ ਜਿਹਦੇ ਨਾਲ ਜੰਤਰੀਆਂ ਬਣਦੀਆਂ ਹਨ। ਸਾਲ ਦਾ, ਦਿਨਾਂ ਦਾ, ਮਹੀਨਿਆਂ ਦਾ ਹਿਸਾਬ ਕਿਤਾਬ ਨੋਟ ਕੀਤਾ ਜਾਂਦਾ ਹੈ। ਚੰਦਰ ਗ੍ਰਹਿਣ ਕਦੋਂ ਲੱਗੇਗਾ, ਸੂਰਜ ਗ੍ਰਹਿਣ ਕਦੋਂ ਲੱਗੇਗਾ, 2-2 ਸਾਲ ਪਹਿਲਾਂ ਹੀ ਇਹ ਜੋਤਸ਼ੀ ਲੋਕ ਜਿਹੜੇ ਹਨ ਉਹ ਦੱਸ ਦਿੰਦੇ ਹਨ। ਜਾਂ ਪੂਰਨਮਾਸ਼ੀ ਕਦੋਂ ਆਵੇਗੀ, ਮੱਸਿਆ ਕਦੋਂ ਬਣੇਗੀ, ਚੰਦਰਮਾ ਪੂਰਾ ਕਦੋਂ ਹੋਵੇਗਾ, ਏਕਮ ਦੂਜ ਤੀਜ 15 ਥਿੱਤਾਂ ਦਾ ਕਈ ਸਾਲ ਪਹਿਲਾਂ ਹੀ ਹਿਸਾਬ ਲਾ ਕੇ ਦੱਸਦੇ ਹਨ। ਉਹ ਬਿਲਕੁਲ ਸਟੀਕ ਹੁੰਦਾ ਹੈ, ਉਸੇ ਦਿਨ ਹੀ ਉਹ ਸਾਰਾ ਕੁਝ ਵਾਪਰਦਾ ਹੈ। ਉਸ ਨੂੰ ਕਹਿੰਦੇ ਨੇ ਗਣਿਤ। ਦੂਸਰਾ ਫਲਿਤ ਹੁੰਦਾ ਹੈ ਜੋ ਜੀਵ ਦਾ ਫਲਾਦੇਸ਼ ਦੱਸਦਾ ਹੈ ਵੀ ਕਈ ਫਲਾਣੇ ਸਮੇਂ ਵਿੱਚ ਆਹ ਤੇਰੇ ਨਛੱਤਰ ਆਉਣਗੇ, ਆਹ ਜਿਹੜੇ ਗ੍ਰਹਿ ਹਨ 9 ਘਰਾਂ ਦੇ ਵਿੱਚ ਜਾਂ 12 ਘਰਾਂ ਦੇ ਵਿੱਚ ਉਹ ਹਿਸਾਬ ਬਣਿਆ ਹੁੰਦਾ ਹੈ। ਉਹਦੇ ਮੁਤਾਬਕ ਤੈਨੂੰ ਫਲ ਦੇਣਗੇ। ਜਿਹੜੇ ਚੰਗੇ ਗ੍ਰਹਿ ਆਉਣਗੇ ਤਾਂ ਘਰ ਦੇ ਵਿੱਚ ਸੁੱਖ ਸਮਰਿੱਧੀ ਹੋਵੇਗੀ, ਵਪਾਰ 'ਚ ਵਾਧਾ ਹੋਵੇਗਾ, ਦੇਹ ਰੋਗਤਾ ਹੋਵੇਗੀ, ਮਾਣ ਇੱਜ਼ਤ 'ਚ ਵਾਧਾ ਹੋਵੇਗਾ। ਜੇ ਇਸ ਤੋਂ ਵਿਪਰੀਤ ਆਉਣਗੇ ਤਾਂ ਵਿਪਰੀਤ ਨੁਕਸਾਨ ਹੋਵੇਗਾ, ਜਾਂ ਕੋਈ ਘਾਟਾ ਪਵੇਗਾ, ਜਾਂ ਕੋਈ ਬਿਮਾਰੀ ਆਵੇਗੀ, ਜਾਂ ਕੋਈ ਕਲਾ ਕਲੇਸ਼ ਹੋਵੇਗਾ, ਕਈ ਪ੍ਰਕਾਰ ਦੇ ਉਪਦਰਵ ਹੋਣਗੇ। ਇੱਦਾਂ ਦਾ ਜਿਹੜੇ ਲੋਕ ਦੱਸਦੇ ਨੇ ਉਹਨਾਂ ਨੂੰ ਫਲਿਤ ਕਹਿੰਦੇ ਨੇ। ਫਲ ਦੱਸਣਾ ਵੀ ਇਹਦਾ ਇਸ ਗ੍ਰਹਿ ਦਾ ਆਹ ਫਲ ਹੋਵੇਗਾ, ਇਸ ਗ੍ਰਹਿ ਦਾ ਇਹ ਫਲ ਹੋਵੇਗਾ। ਸੋ ਗਣਿਤ ਅਤੇ ਫਲਿਤ ਦੋ ਪ੍ਰਕਾਰ ਜੋਤਿਸ਼ ਵਿੱਦਿਆ ਹਜ਼ਾਰਾਂ ਸਾਲਾਂ ਤੋਂ ਦੁਨੀਆ ਵਿੱਚ ਪ੍ਰਚਲਿਤ ਹੈ। ਇਕੱਲੇ ਭਾਰਤ ਵਿੱਚ ਹੀ ਨਹੀਂ, ਯੂਨਾਨ ਆਦਿਕ ਦੇਸ਼ਾਂ ਵਿੱਚ ਤਾਰਾ ਵਿਗਿਆਨ ਉੱਤੇ ਕੰਮ ਅੱਜ ਤੋਂ 2500 ਸਾਲ ਪਹਿਲਾਂ ਵੀ ਕੀਤਾ ਗਿਆ। ਬੜੇ ਉੱਚੇ 700 ਮੀਟਰ ਉੱਚੇ ਟਾਵਰ ਬਣਾ ਕੇ ਅਤੇ ਜੋਤਸ਼ੀ ਉੱਤੇ ਬੈਠੇ ਰਹਿੰਦੇ ਸੀਗੇ, ਕਿਉਂਕਿ ਉਹ ਇੱਥੋਂ ਜ਼ਰਾ ਉੱਪਰ ਜਾ ਕੇ ਆਕਾਸ਼ ਨੂੰ ਦੇਖਣਾ, ਕਲੀਅਰ ਦੇਖਣਾ। ਉਹਨਾਂ ਨੇ ਤਾਰਿਆਂ ਬਾਰੇ ਹਿਸਾਬ ਲਾਉਂਦੇ ਰਹਿਣਾ ਵੀ ਆਹ ਤਾਰਾ ਇਸ ਤਰ੍ਹਾਂ, ਇਹ ਤਾਰਾ ਇਸ ਤਰ੍ਹਾਂ। ਅੱਜ ਤੋਂ 2500-3000 ਹਜ਼ਾਰ ਸਾਲ ਪਹਿਲਾਂ ਯੂਨਾਨ ਵਿੱਚ ਅਤੇ ਕਈ ਉਸ ਤੋਂ ਹਜ਼ਾਰਾਂ ਸਾਲ ਪਹਿਲਾਂ ਭਾਰਤ ਵਿੱਚ ਇਹ ਵਿੱਦਿਆ ਪ੍ਰਚਲਿਤ ਰਹੀ। ਅਤੇ ਕਈ ਜਗ੍ਹਾ 'ਤੇ ਜਿਹੜਾ ਫਲਿਤ ਹੈ ਉਹ ਵੀ ਹਿਸਾਬ ਜਿਹੜਾ ਹੈ ਉਹ ਪੂਰਾ ਸਹੀ ਦੱਸ ਦਿੰਦੇ ਸਨ। ਸਤਿਗੁਰੂ 10ਵੇਂ ਪਾਤਸ਼ਾਹ ਮਹਾਰਾਜ ਰਾਜਸਥਾਨ 'ਚ ਤੁਰੇ ਜਾਂਦੇ, ਪੁਸ਼ਕਰ ਰਾਜ ਤੀਰਥ 'ਤੇ ਲਾਗੇ ਇੱਕ ਪੰਡਿਤ ਨੇ ਆ ਕੇ ਨਮਸਕਾਰ ਕੀਤੀ। ਮਹਾਰਾਜ ਨੇ ਘੋੜਾ ਰੋਕ ਲਿਆ। ਕਹਿੰਦੇ ਹਾਂ ਜੀ ਪੰਡਿਤ ਜੀ ਕੀ ਕੰਮ ਕਰਦੇ ਹੋ? ਕਹਿੰਦਾ ਜੀ ਮੈਂ ਜੋਤਸ਼ੀ ਹਾਂ। ਮਹਾਰਾਜ ਕਹਿੰਦੇ ਅੱਛਾ ਇਹ ਦੱਸ ਔਰੰਗਜ਼ੇਬ ਨੂੰ ਮਿਲਣ ਚੱਲਿਆ, ਸਾਨੂੰ ਮਿਲੇਗਾ ਕਿ ਨਹੀਂ ਮਿਲੇਗਾ? ਉਹ ਕਹਿੰਦਾ ਮਹਾਰਾਜ ਉਹਨੇ ਆਪਣਾ ਹਿਸਾਬ ਲਾਇਆ,
ਹਿਸਾਬ ਕਿਤਾਬ ਲਾ ਕੇ ਕਹਿੰਦਾ, ਮਹਾਰਾਜ ਤੁਸੀਂ ਔਰੰਗਜ਼ੇਬ ਨੂੰ ਨਹੀਂ ਮਿਲ ਸਕਦੇ, ਕਿਉਂਕਿ ਤੁਹਾਡੇ ਜਾਣ ਤੋਂ ਪਹਿਲਾਂ ਉਹਦੀ ਮੌਤ ਹੋ ਜਾਣੀ ਹੈ। ਸਤਿਗੁਰੂ 5 ਮੋਹਰਾਂ ਜੇਬ 'ਚੋਂ ਕੱਢ ਕੇ ਦਿੱਤੀਆਂ, ਕਹਿੰਦੇ ਤੂੰ ਸੱਚ ਬੋਲਦਾ, ਸਾਨੂੰ ਪਤਾ ਵੀ ਉਹਨੇ ਮਰ ਜਾਣਾ, ਅਸੀਂ ਉਹਨੂੰ ਮਿਲਣਾ ਨਹੀਂ। ਅਸੀਂ ਤੇਰੀ ਵਿੱਦਿਆ ਦੇਖਦੇ ਸੀ ਵੀ ਤੇਰੇ ਕੋਲ ਹੈ ਕੁਛ ਕਿ ਨਹੀਂ, ਤੇਰੀ ਵਿੱਦਿਆ ਠੀਕ ਹੈ। ਪਰ ਬਹੁਤੇ ਲੋਕ ਜਿਹੜੇ ਬੈਠੇ ਹੁੰਦੇ ਨੇ ਅੱਜ ਕੱਲ੍ਹ, ਉਹ ਐਵੇਂ ਹੀ ਲੋਕਾਂ ਨੂੰ ਟੈਲੀਵਿਜ਼ਨ ਦੇ ਉੱਤੇ ਕੁਛ ਦਾ ਕੁਛ ਦੱਸੀ ਜਾਂਦੇ, ਕਹਿੰਦੇ ਪੈਸੇ ਸਾਡੇ ਕੋਲ ਭੇਜੀ ਜਾਓ ਅਤੇ ਅਸੀਂ ਤੁਹਾਡੇ ਉਪਾਅ ਕਰਾਂਗੇ। ਉਹਨਾਂ ਬਾਰੇ ਸਤਿਗੁਰੂ ਕਹਿੰਦੇ, ਪੰਡਤ ਜੋਤ ਕੀ ਸਭ ਪੜ੍ਹ ਪੜ੍ਹ ਕੂਕਦੇ। ਹੁਣ ਸਤਿਗੁਰੂ ਤਾਂ ਉੱਦਾਂ ਹੀ ਜਾਣਦੇ ਆਤਮਿਕ ਬਲ ਨਾਲ ਵੀ ਔਰੰਗਜ਼ੇਬ ਨੇ ਮਰ ਜਾਣਾ, ਅਤੇ ਉਹ ਜਿਹੜਾ ਹੈ ਉਹ ਹਿਸਾਬ ਲਾ ਕੇ ਦੱਸ ਰਿਹਾ ਹੈ, ਪੜ੍ਹ ਪੜ੍ਹ ਕੇ। ਉਹ ਵਿੱਦਿਆ ਪੜ੍ਹ ਕੇ ਉਹਨੂੰ ਕੀਤਾ ਜਾ ਸਕਦਾ ਹੈ। ਪਰ ਜਿਹੜੀ ਮਹਾਂਪੁਰਸ਼ਾਂ ਦੀ ਵਿੱਦਿਆ ਹੈ, ਉਹ ਬ੍ਰਹਮ ਵਿੱਦਿਆ, ਉਹ ਪੜ੍ਹਨੀ ਨਹੀਂ ਪੈਂਦੀ, ਉਹ ਅਨੁਭਵ ਦੇ ਵਿੱਚੋਂ ਹੀ ਪ੍ਰਕਾਸ਼ ਹੁੰਦੀ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ, ਪੰਡਿਤ ਜੋਤਸ਼ੀ ਜਿਹੜੇ ਹਨ, ਜੋਤਿਸ਼ ਵਿੱਦਿਆ ਦੇ ਹਿਸਾਬ ਨਾਲ ਪੜ੍ਹ ਪੜ੍ਹ ਕੇ ਕੂਕੀ ਜਾਂਦੇ ਹਨ। ਕਿਸ ਪਹਿ ਕਰਹਿ ਪੁਕਾਰਾ ਰਾਮ, ਕਿਹਦੇ ਕੋਲ ਪੁਕਾਰ ਕਰ ਰਹੇ ਨੇ? ਇਹ ਮਸਲਾ ਕਿਸੇ ਕੋਲ ਹੱਲ ਹੋਣ ਵਾਲਾ ਹੈ ਹੀ ਨਹੀਂ। ਜਿਹਦੇ ਕੋਲ ਪੁਕਾਰ ਕਰਨੀ ਹੈ ਉਹਨੂੰ ਭੁੱਲੇ ਹੀ ਬੈਠੇ ਨੇ, ਉਹਦੇ ਤਾਂ ਸ਼ਰੀਕ ਬਣੇ ਹੋਏ ਨੇ। ਉਸ ਕਰਤੇ ਪੁਰਖ ਨੂੰ, ਉਸ ਅਕਾਲ ਪੁਰਖ ਨੂੰ ਤਾਂ ਸਮਰਪਿਤ ਹੁੰਦੇ ਹੀ ਨਹੀਂ। ਉਸ ਪਰਮੇਸ਼ਰ ਨੂੰ ਛੱਡ ਕੇ ਆਪਣੀ ਵਿੱਦਿਆ ਦਾ, ਆਪਣੇ ਹੰਕਾਰ ਦਾ ਵਾਧਾ ਕਰਦੇ ਹਨ। ਮਾਇਆ ਮੋਹ ਅੰਤਰ ਮਲ ਲਾਗੈ, ਮਾਇਆ ਕੇ ਵਪਾਰਾ ਰਾਮ। ਸਤਿਗੁਰੂ ਕਹਿੰਦੇ, ਮਾਇਆ ਦਾ ਮੋਹ ਸਾਡੇ ਅੰਤःਕਰਨ ਨੂੰ ਮੈਲਾ ਕਰ ਰਿਹਾ ਦਿਨੋਂ ਦਿਨ। ਕਿਉਂਕਿ ਜੋਤਸ਼ੀ ਜਿਹੜੇ ਹਨ, ਜਿਹੜੇ ਦੱਸਦੇ ਹਨ ਫਲਾਦੇਸ਼, ਉਹ ਕਾਹਦਾ ਦੱਸਦੇ ਨੇ? ਮਾਇਆ ਦਾ ਹੀ ਦੱਸਦੇ ਨੇ, ਬ੍ਰਹਮ ਦਾ ਤਾਂ ਨਹੀਂ ਦੱਸਦੇ, ਮਾਇਆ ਦਾ ਦੱਸਦੇ ਨੇ। ਆਹ ਕੰਮ ਹੋ ਜਾਏਗਾ, ਤੇਰੇ ਘਰ ਕਾਕਾ ਹੋਵੇਗਾ, ਤੇਰਾ ਵਪਾਰ ਵਧੇਗਾ ਜਾਂ ਘਟੇਗਾ, ਜੋ ਵੀ ਕਹਿੰਦੇ ਆ ਉਹ ਵਾਧਾ ਘਾਟਾ ਮਾਇਆ 'ਚ ਹੀ ਹੁੰਦਾ, ਹੋਰ ਕੀ ਹੁੰਦਾ? 5 ਤੱਤਾਂ ਦੇ ਬਣੇ ਹੋਏ ਤ੍ਰੈਗੁਣੀ ਮਾਇਆ ਦੇ ਪਸਾਰੇ ਤੋਂ ਬਾਹਰ ਜੋਤਸ਼ੀ ਨਹੀਂ ਜਾ ਸਕਦਾ। ਆਖੋ ਸ੍ਰੀ ਵਾਹਿਗੁਰੂ। ਤ੍ਰੈਗੁਣੀ ਮਾਇਆ ਤੋਂ ਉੱਪਰ ਨਹੀਂ ਉਹ ਜਾ ਸਕਦਾ, ਉਹਦੇ ਅੰਦਰ ਹੀ ਰਹਿੰਦਾ, ਉਹਦੇ ਅੰਦਰ ਹੀ ਵਰਤਦਾ। ਅਤੇ ਜਿਹੜੇ ਸਿਆਣੇ ਜੋਤਸ਼ੀ ਨੇ ਉਹ ਦੱਸਦੇ ਵੀ, ਕਹਿੰਦੇ ਵੀ ਨੇ ਵੀ ਸਾਡਾ ਸਿਰਫ ਇੰਨਾ ਹੀ ਦਾਇਰਾ ਹੈ, ਇਸ ਤੋਂ ਅੱਗੇ ਸਾਨੂੰ ਨਹੀਂ ਪਤਾ। ਮਾਇਆ ਮੋਹ ਅੰਤਰ ਮਨ ਲਾਗੈ, ਅੰਦਰ ਮਾਇਆ ਦਾ ਮੋਹ ਹੈ, ਹੋਰ ਮਾਇਆ ਆਵੇ, ਸਾਡੀ ਪੂਜਾ ਹੋਵੇ। ਅਤੇ ਮਾਇਆ ਕੇ ਵਪਾਰਾ ਰਾਮ, ਸਭ ਮਾਇਆ ਦੇ ਵਪਾਰ ਹਨ, ਬਿਜ਼ਨਸ ਹਨ। ਮਾਇਆ ਕੇ ਵਪਾਰਾ ਜਗਤ ਪਿਆਰਾ, ਆਵਣ ਜਾਣ ਦੁੱਖ ਪਾਈ। ਮਾਇਆ ਦੇ ਵਪਾਰ, ਉਹਦੇ ਵਿੱਚ ਜਗਤ ਪਿਆਰਾ ਲੱਗਦਾ ਹੈ। ਜਿੰਨਾ ਵੀ ਮਾਇਆ ਦਾ ਵਪਾਰ ਵੱਧਦਾ ਹੈ, ਲੈਣ ਦੇਣ ਵੱਧਦਾ ਹੈ, ਕੰਮਕਾਰ ਵੱਧਦੇ ਹਨ, ਉਹਦੇ ਵਿੱਚ ਜਗਤ ਪਿਆਰਾ ਲੱਗਦਾ ਹੈ। 3 ਅਵਸਥਾ ਨੇ, ਇੱਕ ਜਾਗਰਤ ਹੈ, ਇੱਕ ਸੁਪਨ ਹੈ, ਇੱਕ ਸੁਖੋਪਤੀ ਹੈ। ਜਾਗਰਤ ਸਾਨੂੰ ਸਭ ਤੋਂ ਪਿਆਰੀ ਲੱਗ ਰਹੀ ਹੈ, ਦੇਖ ਲਓ। ਹਾਲਾਂਕਿ ਸੁਪਨੇ ਬਿਨਾਂ ਵੀ ਗੁਜ਼ਾਰਾ ਕੋਈ ਨਹੀਂ, ਉਹਨੇ ਵੀ ਰੋਜ਼ ਆਉਣਾ ਹੈ, ਅਤੇ ਗੂੜੀ ਨੀਂਦ ਨੇ ਵੀ ਰੋਜ਼ ਹੀ ਆਉਣਾ। ਪਰ ਅਸੀਂ ਜਾਗਣਾ ਚਾਹਵਾਂਗੇ, ਫਿਰ ਵੀ ਇਹ ਨਹੀਂ ਚਾਹੁੰਦੇ ਰਾਤ ਨੂੰ ਸੌਣ ਲੱਗਿਆ ਹੁਣ ਸੌਂ ਗਿਆ ਅਤੇ ਬਸ ਸਦਾ ਹੀ ਸੁੱਤੇ ਰਹੀਏ, ਇੱਦਾਂ ਨਹੀਂ ਚਾਹਵਾਂਗੇ। ਜਗਤ ਪਿਆਰਾ, ਇਹ ਜਗਤ ਜਿਹੜਾ ਜਾਗਰਤ ਅਵਸਥਾ ਵਿੱਚ ਹੈ, ਇਹ ਪਿਆਰਾ ਲੱਗਦਾ ਹੈ। ਅਤੇ ਆਵਣ ਜਾਣ ਦੁੱਖ ਪਾਈ, ਇਹਦੇ ਵਿੱਚ ਆਉਣ ਜਾਣ ਚੱਲਦਾ ਹੀ ਰਹਿੰਦਾ। ਫਿਰ ਉਹਦੇ ਨਾਲ ਇਹ ਸਰੀਰ ਦਾ ਸੰਬੰਧ ਜਿਹੜਾ ਹੈ ਉਹ ਐਸਾ ਬਣ ਚੁੱਕਾ, ਮੇਰਾ ਸਰੀਰ ਹੈ, ਮੈਂ ਸਰੀਰ ਹਾਂ, ਮੇਰਾ ਸਰੀਰ ਹੈ। ਇਸ ਤੋਂ ਅੱਗੇ ਚੱਲ ਕੇ ਮੈਂ ਸਰੀਰ ਹਾਂ, ਬਹੁਤ ਜ਼ਿਆਦਾ ਇਹ ਗੰਢ ਵੱਜੀ ਹੋਈ ਹੈ। ਜੇ ਇੰਨਾ ਵੀ ਸਮਝ ਲਵੇ ਵੀ ਮੈਂ ਨਹੀਂ, ਮੇਰਾ ਹੈ, ਫਿਰ ਵੀ ਕੁਛ ਵੈਰਾਗ ਪੈਦਾ ਹੋ ਸਕਦਾ। ਪਰ ਉਹ ਮੈਂ ਸਰੀਰ ਹਾਂ ਇੱਥੋਂ ਤੱਕ ਪਹੁੰਚ ਗਿਆ, ਫਿਰ ਉਹ ਸਰੀਰਾਂ ਦੇ ਨਾਲ ਪ੍ਰੀਤ ਕਰਦਾ ਹੈ, ਸਰੀਰ ਦੇ ਸੁੱਖਾਂ ਨੂੰ ਚਾਹੁੰਦਾ ਹੈ, ਉਹਦੇ ਉੱਦਾਂ ਦੇ ਪਦਾਰਥਾਂ 'ਚ ਉਹਦੀ ਪ੍ਰੀਤ ਰਹਿੰਦੀ ਹੈ। ਫਿਰ ਲਾਸਟ ਵਿੱਚ ਜਦੋਂ ਉਹ ਇਸ ਸਰੀਰ ਦਾ ਤਿਆਗ ਕਰਦਾ, ਉਦੋਂ ਵੀ ਉਹ ਸਰੀਰ ਨੂੰ ਤਿਆਗਣਾ ਚਾਹੁੰਦਾ ਨਹੀਂ, ਪਰ ਕੁਦਰਤ ਪ੍ਰਕਿਰਤੀ ਕਰਾ ਦਿੰਦੀ ਹੈ। ਅਤੇ ਫਿਰ ਉਸੇ ਕਰਕੇ ਉਸੇ ਪਾਸੇ ਹੀ ਜਿੱਦ ਲਾਗੋ ਮਨ ਵਾਸਨਾ,
ਅੰਤ ਸਾਈ ਪ੍ਰਗਟਾਣੀ। ਉਧਰ ਘੜੀਸਿਆ ਜਾਂਦਾ, ਕੋਈ ਕਿਸੇ ਪਾਸੇ, ਕੋਈ ਮਾਇਆ ਵਿੱਚ ਦੇ ਕਰਕੇ ਸੱਪ ਦੀ ਜੂਨ 'ਚ ਪੈ ਜਾਂਦਾ, ਕੋਈ ਮਕਾਨਾਂ ਕਰਕੇ ਭੂਤਾਂ ਪ੍ਰੇਤਾਂ ਦੀ ਜੂਨ 'ਚ ਪੈ ਜਾਂਦਾ, ਕੋਈ ਬੱਚਿਆਂ ਕਰਕੇ ਸੂਰ ਦੀ ਜੂਨੀ 'ਚ ਪੈ ਜਾਂਦਾ। ਜੈਸੀ ਜੈਸੀ ਉਹਦੀ ਉਹ ਸੁਰਤ ਜਾਂਦੀ ਹੈ, ਉਹ ਯਾਤਰਾ ਉੱਧਰ ਦੀ ਹੁੰਦੀ ਹੈ। ਸਵਾਸ ਨਿਕਲਦੇ ਨੇ, ਨਾਲ ਹੀ ਅਗਲੇ ਪਾਸੇ ਹੋਰ ਕੋਈ ਸਰੀਰ ਜਾਂ ਨਰਕ ਸੁਰਗ। ਉਹ ਬੜਾ ਲੰਮਾ ਚੌੜਾ ਹਿਸਾਬ ਹੈ ਜਿਹੜਾ ਹੁੰਦਾ। ਮਹਾਰਾਜ ਕਹਿੰਦੇ ਮਾਇਆ ਕੇ ਵਪਾਰਾ ਜਗਤ ਪਿਆਰਾ, ਜਗਤ ਪਿਆਰਾ ਲੱਗਦਾ। ਆਵਣ ਜਾਣ ਦੁੱਖ ਪਾਈ, ਆਉਣ ਜਾਣ ਵਿੱਚ ਫਿਰ ਦੁੱਖ ਪਾਉਂਦਾ ਹੈ, ਕਿਉਂਕਿ ਮਾਂ ਦੇ ਪੇਟ 'ਚ ਪੁੱਠਾ ਲਟਕਣਾ, ਗਰਭ ਜੋਨ ਬਿਸ਼ਟਾਂ ਕਾ ਵਾਸ, ਤਿਸ ਮੈਂ ਮਨ ਮੁਖ ਕਰੇ ਨਿਵਾਸ, ਕੋਈ ਸੌਖਾ ਕੰਮ ਨਹੀਂ ਹੈ। ਅਤੇ ਫਿਰ ਮੁੜ ਕੇ ਸਾਰਾ ਉਹੀ ਪਾਪੜ ਵੇਲਣੇ ਜਿਹੜੇ ਇਸ ਜ਼ਿੰਦਗੀ 'ਚ ਵੇਲੇ। ਛੋਟੇ ਹੁੰਦੇ ਮਾਂ ਦੇ ਪੇਟ 'ਚ 9 ਮਹੀਨੇ ਰਹੇ। ਜੇ ਆਪਾਂ ਮਨੁੱਖ ਜੂਨੀ ਦੀ ਗੱਲ ਕਰੀਏ, ਬਾਕੀ ਜੂਨਾਂ 'ਚ ਤਾਂ ਹੋਰ ਬੜੀਆਂ ਦਿੱਕਤਾਂ ਨੇ। ਫਿਰ ਉਸ ਤੋਂ ਬਾਅਦ ਜਨਮ ਵੀ ਹੋ ਗਿਆ, ਸਾਲ 2 ਸਾਲ ਤਾਂ ਮਾਂ ਦੀ ਗੋਦੀ ਦੇ ਕੋਲ ਪੈਣਾ ਪਿਆ। ਮਾਂ ਘਰ ਦੇ ਕੰਮ ਕਰਦੀ ਸੀ, ਉੱਤੇ ਹੀ ਮਲ ਮੂਤਰ ਤਿਆਗਦਾ ਰਿਹਾ। ਜੇ ਮਾਂ ਆ ਕੇ ਰੋਂਦੇ ਹੋਏ ਨੂੰ ਦੁੱਧ ਪਿਆ ਦੇਵੇ, ਸਫਾਈ ਕਰ ਦੇਵੇ, ਨਾ ਕਰੇ, ਇਹ ਨਰਕ ਹੈ, ਉਹ ਭੋਗਿਆ। ਫਿਰ ਜਦੋਂ ਥੋੜ੍ਹਾ ਜਿਹਾ ਖੇਡਣ ਲੱਗ ਪਿਆ, ਫਿਰ ਖੇਡਾਂ ਦੀ ਆਹ ਚੀਜ਼ ਚਾਹੀਦੀ ਹੈ, ਮੈਨੂੰ ਆਹ ਚਾਹੀਦੀ ਹੈ, ਨਹੀਂ ਤਾਂ ਉਹ ਰੋਂਦਾ। ਕਈ ਵਾਰੀ ਮਾਂ ਬਾਪ ਨਹੀਂ ਵੀ ਲਿਆ ਕੇ ਦੇ ਸਕਦੇ, ਫਿਰ ਬਹੁਤ ਦੁਖੀ ਹੁੰਦਾ। ਅਤੇ ਜੇ ਲਿਆਂਦੇ ਹਨ ਤਾਂ ਫਿਰ ਉਹਨਾਂ ਚੀਜ਼ਾਂ 'ਚ ਪ੍ਰੀਤ ਪੈਂਦੀ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਫਿਰ ਸਕੂਲ ਦੀਆਂ ਪੜ੍ਹਾਈਆਂ ਦੀਆਂ ਪਰੇਸ਼ਾਨੀਆਂ ਕੱਟ ਕੇ ਕਦੀ 10ਵੀਂ ਪਾਸ ਕਰਦਾ, ਕਦੀ 12ਵੀਂ ਕਰਦਾ, ਫਿਰ BA MA ਕਰਦਾ। ਫਿਰ ਜਵਾਨੀ ਆ ਜਾਂਦੀ ਹੈ, ਉਛਲਿਆ ਕਾਮ ਕਾਲ ਮੱਤ ਲਾਗੀ, ਤੋਂ ਆਨ ਸ਼ੱਕ ਤੇ ਗੱਲ ਬੰਨ੍ਹਿਆ। ਫਿਰ ਉਹਨੂੰ ਕਾਮ ਵਾਸਨਾ ਤੰਗ ਕਰਦੀ ਹੈ, ਫਿਰ ਸ਼ਕਤੀ ਉਹਦੇ ਗਲ ਬੰਨ੍ਹ ਦਿੱਤੀ ਜਾਂਦੀ ਹੈ। ਸ਼ਕਤੀ ਮੈਨੇ ਇਸਤਰੀ, ਹਾਂ, ਆਨ ਸ਼ੱਕ ਤੇ ਗੱਲ ਬੰਨ੍ਹਿਆ। ਫਿਰ ਸ਼ਕਤੀ ਚਿਮੜ ਜਾਂਦੀ ਹੈ। ਫਿਰ ਉਹਦੇ 'ਚੋਂ ਹੋਰ 5-7 ਨਿਆਣੇ ਜੰਮ ਕੇ ਉਹਨਾਂ ਨੂੰ ਪਾਲਦਾ, ਵਿਆਹੁੰਦਾ, ਉਹਨਾਂ ਦੇ 100 ਪਾਪੜ ਵੇਲਦਾ ਕਰਦਾ। ਫਿਰ ਬੁੱਢਾ ਹੁੰਦਾ, ਫਿਰ ਮਰਦਾ। ਫਿਰ ਜਾ ਕੇ ਕਿਸੇ ਹੋਰ ਜੂਨੀ 'ਚ ਪਵੇ ਜਾਂ ਮਨੁੱਖ ਦੀ ਜੂਨੀ 'ਚ ਪਵੇ, ਮਨੁੱਖ ਵੀ ਬਣ ਜਾਵੇ, ਤਾਂ ਕੰਮ ਦਾ ਫਿਰ ਉਹੀ ਉਸੇ ਤਰ੍ਹਾਂ ਹੀ ਪ੍ਰੋਸੈਸ ਜਿਹੜਾ ਦੁਬਾਰਾ ਫਿਰ ਉੱਦਾਂ ਹੀ ਮਾਂ ਦੇ ਪੇਟ 'ਚ ਰਹੇਗਾ, ਫਿਰ ਉੱਦਾਂ ਹੀ ਮਲ ਮੂਤਰ 'ਚ ਰਹੇਗਾ, ਫਿਰ ਉੱਦਾਂ ਹੀ ਫਿਰ ਖਿਡੌਣਿਆਂ ਨਾਲ ਖੇਡੇਗਾ, ਫਿਰ ਪੜ੍ਹੇਗਾ ਲਿਖੇਗਾ, 100 ਪਾਪੜ ਵੇਲ ਕੇ ਜ਼ਿੰਦਗੀ ਫਿਰ ਖਤਮ ਹੋ ਜਾਏਗੀ। ਇਹ ਚੱਕਰ ਐਸਾ ਦੁਖਦਾਈ ਹੈ। ਮਹਾਰਾਜ ਕਹਿੰਦੇ ਆਵਣ ਜਾਣ ਦੁੱਖ ਪਾਈ, ਦੁੱਖ ਪਾਉਂਦਾ ਹੈ। ਬਿੱਕਾ ਕੀੜਾ ਬਿੱਖ ਸਿਉ ਲਾਗਾ, ਪਿਸ਼ਟਾ ਦਾ ਕੀੜਾ ਹੈ, ਉਹਦੇ ਵਿੱਚ ਹੀ ਉਹ ਆਪਣਾ ਜੀਵਨ ਮਰਨ ਸਮਝਦਾ ਹੈ। ਜਨਮ ਸਾਖੀ ਵਿੱਚ ਵੀ ਸਾਖੀ ਆਉਂਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਬਜ਼ੁਰਗ ਨੂੰ ਕਹਿੰਦੇ, ਭਗਤ ਭਾਈ ਹੁਣ ਤੂੰ ਬੁੱਢਾ ਹੋ ਗਿਆ ਅਤੇ ਹੁਣ ਤੂੰ ਨਾਮ ਜਪ। ਭਾਈ ਮਰਦਾਨਾ ਵੀ ਨਾਲ ਸੀ ਅਤੇ ਉਹਦੇ ਕੋਲ ਰਾਤ ਰਹੇ ਜਾਂ ਘਰ ਉਹਦੇ 10 ਮਿੰਟ ਬੈਠੇ, ਜਲ ਪਾਣੀ ਕੋਈ ਛਕਿਆ ਜਾਂ ਨਾ ਛਕਿਆ, ਪਰ ਉਹਨੂੰ ਉਪਦੇਸ਼ ਦਿੱਤਾ। ਉਹ ਕਹਿੰਦਾ ਜੀ ਸਾਡਾ ਕੰਮ ਕਾਰ ਹੈ, ਧਿਆਨ ਬੜਾ ਰੱਖਣਾ ਪੈਂਦਾ, ਮਾਲ ਡੰਗਰ ਦਾ, ਬੱਚਿਆਂ ਦਾ, ਇੱਧਰ ਉੱਧਰ। ਉਹ ਕਰਦੇ ਕੀ ਹੋਇਆ ਬਈ ਉਹ ਬੁੱਢਾ ਚੜ੍ਹਾਈ ਕਰਨ ਲੱਗਾ। ਚੜ੍ਹਾਈ ਕਰਨ ਦੇ ਦਾ ਖਿਆਲ ਇਹ ਆਇਆ ਵੀ ਆਹ ਸਾਡਾ ਨਾ ਇੱਕ ਬਲਦ ਕਮਜ਼ੋਰ ਹੈ, ਅਤੇ ਜੇ ਮਰ ਗਿਆ ਤਾਂ ਨਿਆਣੇ ਖੇਤੀ ਕਿਵੇਂ ਕਰਨਗੇ। ਉਸੇ ਖਿਆਲ ਵਿੱਚ ਸਵਾਸ ਨਿਕਲ ਗਏ ਅਤੇ ਉਹ ਹੁਣ ਅਗਲੇ ਗਾਂ ਸੂਣ ਵਾਲੀ ਸੀ, ਉਹਦੇ ਪੇਟ 'ਚ ਵੱਛਾ ਬਣ ਕੇ ਜਨਮ ਲੈ ਲਿਆ। ਸਾਲ ਕੁ ਪਿੱਛੋਂ ਜੰਮਿਆ, 2-3 ਸਾਲ ਉਹਨਾਂ ਨੇ ਪਾਲਿਆ ਅਤੇ ਨੱਕ ਪਾੜ ਕੇ ਨੱਥ ਪਾ ਲਈ ਅਤੇ ਬਣਾ ਕੇ ਬਲਦਾਂ ਉੱਤੇ ਪੰਜਾਲੀ ਮੋਢੇ ਧਰੀ ਹੋਈ, ਅਤੇ ਉਹ ਫਿਰ ਉੱਥੇ ਜੁਪਿਆ ਕਰੇ ਖੇਤਾਂ ਵਿੱਚ। ਨਾਲੇ ਨਿਆਣੇ ਉਹਦੇ ਪੁੱਤਰ ਹੀ ਉਹਨੂੰ ਪੁਰਾਣੀਆਂ ਦੇ ਚੋਭਾਂ ਆਰਾਂ ਲਵਾਰਿਆ ਕਰਨ। 12-14 ਸਾਲ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੇੜਾ ਮਾਰ ਕੇ ਦਿਖਾ ਕੇ ਮਰਦਾਨੇ ਨੂੰ ਕਹਿੰਦੇ ਉਹ ਦੇਖ ਲੈ ਕੀ ਬਣਿਆ ਹੋਇਆ। ਫਿਰ ਉਹ ਬਲਦ ਬੁੱਢਾ ਹੋ ਗਿਆ, ਪਰ ਉਹ ਪ੍ਰੀਤ ਫਿਰ ਵੀ ਉਹ ਆਪਣਾ ਹੀ ਲੱਗਿਆ ਕਰੇ ਵੀ ਇਹ ਮੇਰਾ ਘਰ ਹੈ, ਇਹ ਨਿਆਣੇ ਨੇ ਮੇਰੇ ਹੀ ਨੇ। ਇਸ ਤਰ੍ਹਾਂ ਦੀ ਕੋਈ ਸੋਝੀ ਵੀ ਅੰਦਰ ਰਹੀ, ਪਰ ਮੋਹ ਫੇਰ ਨਹੀਂ ਟੁੱਟਾ। ਮੋਹ ਬੜੀ ਪ੍ਰਬਲ ਚੀਜ਼ ਹੈ। ਅਤੇ ਉਸ ਵੇਲੇ ਜਦੋਂ ਬੁੱਢਾ ਹੋ ਕੇ ਮਰਨ ਲੱਗਾ ਬਲਦ ਦੀ ਜੂਨੀ 'ਚੋਂ, ਅਤੇ ਫਿਰ ਖਿਆਲ ਆਇਆ
ਵੀ ਇਹ ਨਿਆਣੇ ਰਾਤ ਨੂੰ ਸਾਰੇ ਹੀ ਖਾ ਪੀ ਕੇ ਸੌਂ ਜਾਂਦੇ ਨੇ ਅਤੇ ਡੰਗਰ ਬਾਹਰ ਇੱਦਾਂ ਹੀ ਬੱਝੇ ਰਹਿੰਦੇ ਨੇ, ਅਤੇ ਇਹਨਾਂ ਨੇ ਇੱਕ ਕੁੱਤਾ ਵੀ ਨਹੀਂ ਰੱਖਿਆ ਵੀ ਚਲੋ ਰਾਖੀ ਰੱਖਦੇ। ਅਤੇ ਇਸੇ ਖਿਆਲ 'ਚ ਬਲਦ ਮਰ ਗਿਆ। ਅਤੇ ਜਦੋਂ ਮਰਿਆ ਤਾਂ ਉੱਥੇ ਕੁੱਤੀ ਕੋਈ ਗਲੀ 'ਚ ਸੌਂਦੀ ਸੀ, ਉਹਦੇ ਕੁੱਤੀ ਦੇ ਪੇਟ ਤੋਂ ਕੁੱਤਾ ਬਣ ਕੇ ਕਤੂਰਾ ਬਣ ਕੇ ਜੰਮ ਪਿਆ। ਉਹਨੇ ਆਪਣੇ ਉੱਥੇ ਬੱਚੇ ਫਿਰਦੇ ਸੀ, ਉਹਨਾਂ ਦੇ ਘਰ ਦੁੱਧ ਦੱਧ ਪੀਆ ਕਰੇ, ਮਾੜਾ ਮੋਟਾ ਉੱਥੇ ਰਿਹਾ ਕਰੇ। ਉਹ ਉੱਥੇ ਫਿਰ 12-14 ਸਾਲ ਕੁੱਤਾ ਬਣ ਕੇ ਰਾਖੀ ਕੀਤੀ, ਫਿਰ ਮਰ ਗਿਆ। ਅਤੇ ਉਸੇ ਗਲੀ ਦੇ ਵਿੱਚ ਫਿਰ ਵਿਸ਼ਟਾ ਦਾ ਕੀੜਾ ਬਣ ਕੇ ਉੱਥੇ ਗਲੀ ਦੇ ਵਿੱਚ ਨਾਲੀ ਦੇ ਵਿੱਚ ਪਿਆ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਫਿਰ ਆਏ, ਕਹਿੰਦੇ ਮਰਦਾਨਿਆ ਉਹ ਕੀੜਾ ਜਿਹਾ ਛੋਟਾ ਜਿਹਾ ਸੁੰਡੀ ਜੀ ਪਈ ਆ, ਉਹ ਕੱਢੀ। ਕਹਿੰਦੇ ਪਤਾ ਕੌਣ ਹੈ? ਕਹਿੰਦੇ ਮਹਾਰਾਜ ਮੈਨੂੰ ਤਾਂ ਕੀ ਪਤਾ, ਤੁਸੀਂ ਦੱਸੋ। ਮਹਾਰਾਜ ਕਹਿੰਦੇ ਉਹੀ ਬਜ਼ੁਰਗ ਆ ਜਿਹਨੂੰ ਆਪਾਂ 15-20 ਸਾਲ ਪਹਿਲਾਂ ਇੱਥੇ ਕਿਹਾ ਸੀ ਵੀ ਰੱਬ ਰੱਬ ਕਰਿਆ ਕਰ, ਅਤੇ ਆਹ ਵੇਖੋ ਉਹ ਹੁਣ ਚਿਰੜ ਕਰੇ ਵੀ ਮਹਾਰਾਜ ਮੇਰੀ ਮੁਕਤੀ ਕਰੋ। ਸੋਝੀ ਉਹਨੂੰ ਹੈ ਸੀ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹਦਾ ਕਲਿਆਣ ਕਰ ਦਿੱਤਾ। ਸੋ ਸਾਧ ਸੰਗਤ ਜੀ, ਇੱਦਾਂ ਦੀਆਂ ਸਾਖੀਆਂ ਅਤੇ ਇੱਦਾਂ ਦੇ ਪ੍ਰਸੰਗ ਸਾਨੂੰ ਇਸ ਗੱਲ ਨੂੰ ਦ੍ਰਿੜ ਕਰਾਉਂਦੇ ਆ ਵੀ ਇਹ ਇੱਕ ਵਾਸਤਵਿਕ ਸੱਚਾਈ ਹੈ ਜਿਸ ਤੋਂ ਦੁਨੀਆ ਦਾ ਕੋਈ ਆਦਮੀ ਮੁਨੱਕਰ ਨਹੀਂ ਹੋ ਸਕਦਾ। ਕਈ ਲੋਕ ਸਮਝਦੇ ਆ ਵੀ ਸਾਡੇ ਮਾਨਸਿਕ ਭਾਰਤੀ ਲੋਕਾਂ ਦੇ ਮਨ ਵਿੱਚ ਇੱਦਾਂ ਦੀਆਂ ਗੱਲਾਂ ਨੇ, ਅਸੀਂ ਪੁਨਰ ਜਨਮ ਨੂੰ ਮੰਨਦੇ ਹਾਂ ਤਾਂ ਇਹ ਸਾਡੇ ਦਿਮਾਗ 'ਚ ਇਹ ਗੱਲਾਂ ਆਉਂਦੀਆਂ ਨੇ। ਹੁਣ ਪਿੱਛੇ ਜਿਹੀ ਰਸ਼ੀਆ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ ਅਤੇ ਉਹਨੇ ਪੂਰੇ ਨਾਸਾ ਵਾਲਿਆਂ ਨੂੰ ਵਕਤ ਪਾਇਆ ਹੋਇਆ। ਉਹ ਕਹਿੰਦਾ ਮੈਂ ਮੰਗਲ ਗ੍ਰਹਿ ਤੋਂ ਆਇਆ, ਵੀ ਉੱਥੇ ਉੱਥੇ ਕਹਿੰਦੇ ਜੀਵਨ ਸੀਗਾ, ਉੱਥੇ ਪਾਣੀ ਸੀ, ਸਭ ਕੁਛ ਸੀ, ਪਰ ਲੱਖਾਂ ਕਰੋੜਾਂ ਸਾਲ ਪਹਿਲਾਂ ਉੱਥੇ ਕੋਈ ਇਹੋ ਜਿਹਾ ਹਾਲਾਤ ਬਣਿਆ ਵੀ ਉਹ ਜੀਵ ਸਾਰੇ ਉੱਥੋਂ ਉਹ ਅਲੋਪ ਹੋਏ ਅਤੇ ਉਹ ਧਰਤੀ ਦੇ ਮੰਗਲ ਦੀ ਧਰਤੀ ਦੇ ਵਿੱਚ ਥੱਲੇ ਰਹਿੰਦੇ ਆ। ਕਹਿੰਦਾ ਤਹਿ ਦੇ ਥੱਲੇ ਬਿਨਾਂ ਪਾਣੀ ਦੇ ਉਹਨਾਂ ਦਾ ਜੀਵਨ ਹੈ। ਹੁਣ ਇਹ ਗੱਲਾਂ ਜਿਹੜੀਆਂ ਹਨ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਲਿਖਦੇ ਹੀ ਨੇ, ਇੱਕ ਵਾਰੀ ਨਹੀਂ ਵਾਰ ਲਿਖਦੇ ਨੇ। ਕਹਿੰਦੇ ਬਿਖ ਕਾ ਕੀੜਾ ਬਿਖ ਸਿਉ ਲਾਗਾ, ਬਿਸ਼ਟਾ ਮਾਏ ਸਮਾਈ। ਉਹ ਬਿਸ਼ਟਾ ਵਿੱਚ ਹੀ ਸਮਾਉਂਦਾ ਹੈ, ਪਰ ਇੱਥੇ ਪਹੁੰਚਣ ਲਈ ਵੀ ਸੁਰਤ ਥੋੜ੍ਹੀ ਸੂਖਮ ਕਰਨੀ ਪਏਗੀ, ਤਾਂ ਹੀ ਇਹਨਾਂ ਗੱਲਾਂ ਦੀ ਸਮਝ ਆਉਣੀ ਹੈ। ਨਹੀਂ ਤਾਂ ਆਹ ਜਿਹੜਾ ਕਲਯੁਗ ਦਾ ਸਮਾਂ ਹੈ ਨਾ, ਇਹ ਸਿਰਫ ਪ੍ਰਤੱਖ ਨੂੰ ਪ੍ਰਮਾਣ ਮੰਨਦਾ ਹੈ। 6 ਪ੍ਰਮਾਣ ਹੁੰਦੇ ਨੇ ਜਿਹੜੇ ਬਾਹਰੋਂ ਅਸੀਂ ਅਨੁਭਵ ਕਰ ਸਕਦੇ ਹਾਂ ਗਿਆਨ ਨੂੰ ਪ੍ਰਾਪਤ ਕਰਨ ਲਈ। ਸ਼ਬਦ ਪ੍ਰਮਾਣ, ਪ੍ਰਤੱਖ ਪ੍ਰਮਾਣ, ਅਨੁਮਾਨ ਪ੍ਰਮਾਣ, ਅਨਉਪਲਬਧੀ ਪ੍ਰਮਾਣ, ਅਰਥਾਪਤੀ ਪ੍ਰਮਾਣ, ਇੱਦਾਂ ਪ੍ਰਮਾਣ ਮੰਨੇ ਗਏ। ਤੋ ਜਿਹੜਾ ਪ੍ਰਤੱਖ ਪ੍ਰਮਾਣ ਹੈ ਉਹ ਅੱਜ ਕੱਲ੍ਹ ਦੇ ਲੋਕ ਜ਼ਿਆਦਾ ਮੰਨਦੇ ਆ। ਅਨੁਮਾਨ ਨੂੰ ਵੀ ਨਹੀਂ। ਹੁਣ ਅਨੁਮਾਨ ਦਾ ਲੱਛਣ ਹੁੰਦਾ ਵੀ ਜਦੋਂ ਧੂੰਆਂ ਨਿਕਲਦਾ ਹੈ ਤਾਂ ਇਹਦਾ ਮਤਲਬ ਅੱਗ ਜ਼ਰੂਰ ਹੋਵੇਗੀ। ਆਖੋ ਸ੍ਰੀ ਵਾਹਿਗੁਰੂ। ਇਹ ਅਨੁਮਾਨ ਹੈ। ਅਤੇ ਪ੍ਰਤੱਖ ਜੋ ਸਾਹਮਣੇ ਵਸਤੂ ਪਈ ਹੋਵੇ, ਅੱਖਾਂ ਦੇ ਇੰਦਰੀਆਂ ਦੇ ਜੋ ਸਾਹਮਣੇ ਹੋਵੇ ਉਹਨੂੰ ਪ੍ਰਤੱਕਸ਼ ਕਹਿੰਦੇ ਆ। ਜੋ ਪੰਜੇ ਗਿਆਨ ਇੰਦਰੀਆਂ ਦੇ ਸਾਹਮਣੇ ਉਹਨੂੰ ਅਨੁਭਵ ਹੋ ਰਿਹਾ, ਅੱਖਾਂ ਤੋਂ, ਕੰਨਾਂ ਤੋਂ, ਨੱਕ ਤੋਂ, ਚਮੜੀ ਤੋਂ ਅਤੇ ਜੀਭ ਤੋਂ ਜੋ ਅਸੀਂ ਜਾਣ ਰਹੇ ਹਾਂ ਗਿਆਨ, ਉਹਨੂੰ ਪ੍ਰਤੱਖ ਪ੍ਰਮਾਣ 'ਚ ਲੈਂਦੇ ਆ। ਸੋ ਪ੍ਰਤੱਖ ਪ੍ਰਮਾਣ ਨੂੰ ਮੰਨਦੇ ਆ ਬਸ। ਇਸ ਤੋਂ ਅੱਗੇ ਅਨੁਭਵ ਦੀ ਗੱਲ ਜਿਹੜੀ ਹੈ ਉਹ ਲੋਕਾਂ ਦੇ ਹੱਥੋਂ ਜਾ ਰਹੀ ਹੈ। ਕਈ ਲੋਕ ਸਮਝਦੇ ਆ ਵੀ ਜਦੋਂ ਆ ਦੁਨੀਆ 'ਚ ਸਾਇੰਸ ਦੀ ਤਰੱਕੀ ਹੋਈ ਹੈ ਜਾਂ ਪੱਛਮੀ ਵਿੱਦਿਆ ਜਿਹੜੀ ਹੈ ਅੰਗਰੇਜ਼ਾਂ ਦੇ ਰਾਜ ਆਉਣ ਕਰਕੇ ਇੰਡੀਆ ਵਿੱਚ ਕਾਲਜ, ਸਕੂਲ, ਯੂਨੀਵਰਸਿਟੀਆਂ ਬਣੀਆਂ ਨੇ ਤਾਂ ਬੜਾ ਗਿਆਨ ਵਧਿਆ ਹੈ, ਨੌਲੇਜ ਵਧੀ ਹੈ। ਪਰ ਨੌਲੇਜ ਵਧੀ ਹੈ, ਬੁੱਧੀ ਘਟੀ ਹੈ, ਅਨੁਭਵ ਘਟਿਆ ਹੈ, ਅਨੁਭਵ ਕਰਨ ਦੀ ਸ਼ਕਤੀ ਘਟ ਗਈ ਹੈ। ਜੋ ਅਨੁਭਵ ਕਰਨ ਦੀ ਪਾਵਰ ਸੀ ਪੁਰਾਣੇ ਬਜ਼ੁਰਗਾਂ 'ਚ ਲੱਖਾਂ ਸਾਲ ਪਹਿਲਾਂ, ਉਹ ਆਤਮਿਕ ਮੰਡਲ ਤੱਕ ਪਹੁੰਚ ਗਏ। ਇਹ ਫਿਜ਼ੀਕਲ ਤੋਂ ਬਾਹਰ ਨਿਕਲਦੇ ਹੀ ਨਹੀਂ, ਇਹ ਸਰੀਰ ਤੋਂ ਬਾਹਰ ਨਿਕਲਦੇ ਹੀ ਨਹੀਂ। ਕੀ ਇਹਨਾਂ ਦੀ ਪੜ੍ਹਾਈ ਹੈ? ਪਰ ਜਿਹਦਾ ਬਹੁਤ ਵੋਟਾਂ ਹੋਣ ਨਾ, ਗਿਣਤੀ ਜ਼ਿਆਦਾ ਹੋਵੇ, ਉਹਦਾ ਹੀ ਰੌਲਾ ਹੁੰਦਾ ਹੈ। ਹੁਣ ਕਲਯੁਗ ਇਹੀ ਹੈ। ਕਲਯੁਗ ਕੀ ਹੈ? ਉਹਨੇ ਸੰਸਾਰ ਦੇ ਲੋਕਾਂ ਨੂੰ ਦਿਸਦੇ ਪਦਾਰਥਾਂ ਵਿੱਚ ਉਲਝਾ ਕੇ ਰੱਖਣਾ ਹੈ, ਅਣਦਿਸਦੇ 'ਤੇ ਪਹੁੰਚਣ ਨਹੀਂ ਦੇਣਾ। ਮਹਾਰਾਜ ਕਹਿੰਦੇ ਇਹ ਵਰਤਾਰਾ ਬਿਖ ਕਾ ਕੀੜਾ ਬਿਖ ਸਿਉ ਲਾਗਾ, ਬਿਸ਼ਟਾ ਮਾਏ ਸਮਾਈ। ਉਹ ਬਿਸ਼ਟਾਂ ਵਿੱਚ ਹੀ ਸਮਾਇਆ ਰਹਿੰਦਾ। ਜੋ ਧੁਰ ਲਿਖਿਆ ਸੋਏ ਕਮਾਵੇ, ਕੋਏ ਨਾ ਮੇਟਣ ਹਾਰਾ।
ਸਤਿਗੁਰੂ ਕਹਿੰਦੇ ਅਸਲ ਵਿੱਚ ਇਹ ਵਰਤਾਰਾ ਵੀ ਹੁਕਮ ਵਿੱਚ ਹੋ ਰਿਹਾ ਹੈ। ਆਖੋ ਸ੍ਰੀ ਵਾਹਿਗੁਰੂ। ਹੁਕਮੀ ਉਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹੈ ਨਾ ਕੋਏ। ਜੋ ਧੁਰ ਤੋਂ ਵਾਹਿਗੁਰੂ ਨੇ ਕਿਸੇ ਦੇ ਮੱਥੇ 'ਤੇ ਲੇਖ ਪਾਏ ਹੋਏ ਨੇ, ਜੀਵ ਉੱਦਾਂ ਦੀ ਕਮਾਈ ਕਰ ਰਿਹਾ ਹੈ। ਕੋਈ ਸਾਧੂ ਬਣ ਕੇ ਸਾਧ ਪੁਣੇ ਦੀ ਕਮਾਈ ਕਰ ਰਿਹਾ ਅਤੇ ਕੋਈ ਚੋਰ ਪੁਣੇ ਦੀ ਕਰ ਰਿਹਾ ਹੈ। ਸਭ ਖੇਡ ਅਕਾਲ ਪੁਰਖ ਦੀ, ਕੋਏ ਨਾ ਮੇਟਣਹਾਰਾ। ਇਸ ਨੂੰ ਕੋਈ ਮਿਟਾ ਨਹੀਂ ਸਕਦਾ। ਕਿਸੇ ਦੇ ਵਿੱਚ ਤਾਕਤ ਨਹੀਂ, ਦੁਨੀਆ ਦੀ ਕੋਈ ਪਾਵਰ ਇਹੋ ਜਿਹੀ ਨਹੀਂ ਜਿਹੜੀ ਅਕਾਲ ਪੁਰਖ ਦੇ ਲਿਖੇ ਹੋਏ ਲੇਖਾਂ ਨੂੰ ਬਦਲ ਸਕੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਦੇ ਨੇ, ਕਰੀ ਲੋਹੋ ਕਲਮੰ ਲਿਖਿਓ ਲੇਖ ਮਾਥੰ, ਸਭੈ ਜੇਰ ਕੀਨੇ ਬਲੀ ਕਾਲ ਹਾਥੰ। ਕਹਿੰਦੇ ਸਾਰਿਆਂ ਨੂੰ ਵਾਹਿਗੁਰੂ ਨੇ ਲੋਹੇ ਦੀ ਕਲਮ ਨਾਲ ਲੇਖ ਲਿਖ ਕੇ ਦਿੱਤੇ। ਲੋਹ ਕਲਮ ਦਾ ਮਤਲਬ ਪੱਕੇ ਨੇ, ਉਹ ਮੇਟੇ ਨਹੀਂ ਜਾ ਸਕਦੇ, ਉਹ ਕਲਮ ਮੋੜੀ ਨਹੀਂ ਜਾ ਸਕਦੀ। ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ, ਹੋਰ ਮੂਰਖ ਕੂਕ ਮੂਏ ਗਵਾਰਾ। ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ, ਹੋਰ ਮੂਰਖ ਕੂਕ ਮੂਏ ਗਵਾਰਾ। ਨਾਮ ਦੇ ਰੰਗ ਵਿੱਚ ਰੰਗੇ ਹੋਏ ਜਿਹੜੇ ਗੁਰਮੁਖ ਹਨ, ਉਹਨਾਂ ਨੇ ਸਦਾ ਹੀ ਸੁਖ ਪਾਇਆ ਹੈ। ਬਾਕੀ ਹੋਰ ਜਿਹੜੇ ਮੂਰਖ ਹਨ, ਕੂਕ ਕੂਕ ਕੇ ਚੀਕਾਂ ਮਾਰ ਮਾਰ ਕੇ ਗਵਾਰ ਪਸ਼ੂ ਮਰ ਰਹੇ ਹਨ। ਕੋਈ ਵੀ ਸੰਸਾਰ ਦੇ ਵਿੱਚ ਸਾਧ ਸੰਗਤ ਜੀ, ਭਾਵੇਂ ਉਹ ਪੰਡਿਤ ਹੈ, ਭਾਵੇਂ ਜੋਤਸ਼ੀ ਹੈ, ਭਾਵੇਂ ਕੋਈ ਭਾਈ ਜੀ ਹੈ, ਭਾਵੇਂ ਕੋਈ ਰਾਗੀ ਹੈ, ਭਾਵੇਂ ਕੋਈ ਢਾਡੀ ਹੈ, ਜੇ ਆਪਣੀ ਆਤਮਾ ਨੂੰ ਅਕਾਲ ਪੁਰਖ ਦੇ ਨਾਲ ਜੋੜਨ ਦਾ ਸਾਧਨ ਨਹੀਂ ਕਰ ਰਿਹਾ ਤੇ ਸਮਝੋ ਕੂਕਾਂ ਹੀ ਮਾਰ ਰਿਹਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਾਵੇਂ ਕੋਈ ਸਾਇੰਸਦਾਨ ਹੈ, ਭਾਵੇਂ ਕੋਈ ਡਾਕਟਰ ਹੈ, ਭਾਵੇਂ ਕੋਈ ਇੰਜੀਨੀਅਰ ਹੈ, ਭਾਵੇਂ ਕੋਈ ਬਿਜ਼ਨਸਮੈਨ ਹੈ, ਅਸੀਂ ਸਾਰੇ ਮਾਇਆ ਦੇ ਵਿੱਚ ਹੀ ਉਲਝੇ ਹੋਏ ਹਾਂ। ਉਸ ਤੋਂ ਪਰਲੇ ਪਾਸੇ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੇ ਦੇਸ਼ ਜਾਣ ਤੋਂ ਬਿਨਾਂ ਇਸ ਜੀਵ ਆਤਮਾ ਦਾ ਕਲਿਆਣ ਨਹੀਂ ਹੋਣਾ। ਠੀਕ ਹੈ, ਕੁਝ ਸਮੇਂ ਲਈ ਅਸੀਂ ਸਮਾਜ ਨੂੰ ਸੁਖੀ ਕਰਨ ਲਈ ਵਧੀਆ ਵਧੀਆ ਗੱਡੀਆਂ ਕਾਰਾਂ ਬਣਾ ਦਿੱਤੀਆਂ, ਇੰਟਰਨੈਟ ਸਿਸਟਮ ਬਣਾ ਦਿੱਤਾ, ਹਸਪਤਾਲ ਚੰਗੇ ਬਣ ਗਏ, ਕੱਪੜੇ ਲੱਤੇ ਵਧੀਆ ਹੋ ਗਏ, ਮਕਾਨ ਸੋਹਣੇ ਸਾਡੇ ਬਣ ਗਏ, ਸਾਡੀਆਂ ਸਹੂਲਤਾਂ ਹੋ ਗਈਆਂ, ਸਮਾਜ ਦੀ ਸੇਵਾ ਹੋ ਗਈ। ਇਹ ਵੀ ਇੱਕ ਪੁੰਨ ਕਹਿ ਸਕਦੇ ਹਾਂ, ਇਹਨੂੰ ਆਪਾਂ ਦਾਨ ਕਹਿ ਸਕਦੇ ਹਾਂ, ਇਹਨੂੰ ਸੰਸਾਰ ਦੀ ਸੇਵਾ, ਇਹ ਬਹੁਤ ਚੰਗੀ ਚੀਜ਼ ਹੈ, ਮਾੜੀ ਨਹੀਂ। ਪਰ ਇੱਥੇ ਬੰਦੇ ਦੀ ਸੰਤੁਸ਼ਟੀ ਨਹੀਂ ਹੋਣੀ ਅਤੇ ਹੋਈ ਵੀ ਕੋਈ ਨਹੀਂ। ਦੇਖ ਲਓ ਕਿੰਨੇ 150 200 ਸਾਲ ਤੋਂ ਸਾਇੰਸ ਨੇ ਜ਼ਿਆਦਾ ਤਰੱਕੀ ਕੀਤੀ। ਵੈਸੇ ਤਾਂ ਸਾਇੰਸ ਬੜੀ ਪੁਰਾਣੀ, ਲੱਖਾਂ ਸਾਲਾਂ ਤੋਂ ਬੰਦਾ ਸਹੂਲਤਾਂ ਵਾਸਤੇ ਕਰਦਾ ਹੀ ਆ ਰਿਹਾ। ਉਹ ਵੀ ਟਾਈਮ ਸੀ ਜਦੋਂ ਇਨਸਾਨ ਨੇ ਅੱਗ ਦੀ ਕਾਢ ਕੱਢੀ ਹੋਣੀ ਹੈ, ਜਦੋਂ ਇਨਸਾਨ ਜੰਗਲਾਂ 'ਚ ਰਹਿੰਦਾ ਸੀ, ਫਿਰ ਪਹੀਏ ਬਣਾਏ, ਫਿਰ ਗੱਡੇ ਬਣਾਏ, ਫਿਰ ਘੋੜਿਆਂ 'ਤੇ ਕਬਜ਼ਾ ਕੀਤਾ, ਮੱਝਾਂ ਗਾਵਾਂ ਦੇ ਦੁੱਧ ਪੀਣ ਲੱਗਾ। ਇਹ ਉਸ ਸਾਇੰਸ ਹੀ ਸੀ ਇੱਕ ਤਰ੍ਹਾਂ ਦੀ। ਤਰੱਕੀ ਹੁੰਦੀ 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 ਅੱਜ ਹਵਾਈ ਜਹਾਜ਼ਾਂ 'ਤੇ ਘੁੰਮਦੇ ਹਾਂ, ਦੂਸਰੇ ਗ੍ਰਹਿਆਂ ਤੱਕ ਅਸੀਂ ਫੋਟੋਆਂ ਖਿੱਚ ਰਹੇ ਹਾਂ। ਇਹ ਸਾਰਾ ਕੁਝ ਠੀਕ ਹੈ, ਪਰ ਇਹ ਫਿਰ ਵੀ ਤਿੰਨਾਂ ਗੁਣਾਂ ਅਤੇ ਪੰਜਾਂ ਤੱਤਾਂ ਦੇ ਅੰਦਰ ਹੀ ਹੈ, ਬਾਹਰ ਨਹੀਂ, ਮਾਇਆ ਤੋਂ ਬਾਹਰ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਨੂੰ ਪਾਰ ਬ੍ਰਹਮ ਦੇ ਦੇਸ਼ ਲੈ ਜਾਂਦੇ ਆ। ਪਾਰ ਬ੍ਰਹਮ ਕੈ ਦੇਸ਼ ਜਾਏ, ਤਾਂ ਸੁਖ ਲਹੈ ਮਹੱਲ। ਸੋ ਇਤਨੇ ਬਚਨ ਪ੍ਰਮਾਣ ਕਰਨੇ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ।
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੋ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ